ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਹਾ ਸਿੰਘ ਬਨ ਮਹਾ ਸਿੰਘ ਅਬ, ਬਰ ਲੈ ਦੇਸ਼ ਉਧਾਰ ਦਇਓ ਸਭ। ਮਹਾ ਸਿੰਘ ਬਨ ਮਹਾ ਸਿੰਘ ਅਬ, ਬਰ ਲੈ ਦੇਸ਼ ਉਧਾਰ ਦਇਓ ਸਭ। ਸਤਨਾਮ ਸ੍ਰੀ ਵਾਹਿਗੁਰੂ ਜੀ। ਭੋਲ ਜੋ ਚੂਕ ਪਈ ਹਮ ਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਲਾਜ ਰਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਗ ਮਾਇ ਕਾਵਤ। ਤੂੰ ਬਖਸ਼ੰਦ ਸਦਾ ਸੁਖਦਾਇਕ, ਮੋਹ ਮਨ ਨਾਏ ਬਿਖੈ ਛੁਟਕਾਵਤ। ਲੋਹ ਤੇ ਹੇਮ ਅਰੰਡ ਤੇ ਚੰਦਨ, ਮਾਨੁਖ ਤੇ ਸੁਰ ਤੋਈ ਬਨਾਵਤ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਹੋਏ ਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਹੋਏ ਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੋ, ਤਿੰਨੇ ਲੋਕਾਂ ਦੇ ਮਾਲਿਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਦਸ਼ਮੇਸ਼ ਪਿਤਾ ਨੇ ਭਾਈ ਮਹਾਂ ਸਿੰਘ ਦੀ ਬਹੁਤ ਵੱਡੀ ਸ਼ਹਾਦਤ ਦੇ ਉੱਪਰ ਪ੍ਰਸੰਨ ਹੋ ਕਰਕੇ ਵਰਦਾਨ ਮੰਗਣ ਦੇ ਲਈ ਬਾਰ-ਬਾਰ ਵਚਨ ਕੀਤਾ ਵੀ ਜਿਤਨਾ ਚਿਰ ਤੂੰ ਮੰਗਦਾ ਨਹੀਂ, ਉਤਨਾ ਚਿਰ ਸਾਡੇ ਅੰਦਰ ਕੈਸੇ ਟਿਕਾ ਪੈਦਾ ਹੋਏਗਾ। ਉਸ ਸਮੇਂ ਜਿਹੜੀਆਂ ਸ਼ਹੀਦ ਸਿੰਘਾਂ ਦੀਆਂ ਰੂਹਾਂ ਅਕਾਲ ਦੇ ਵਿੱਚ ਘੁੰਮ ਰਹੀਆਂ ਸੀ, ਉਹ ਕਹਿਣ ਲੱਗੇ ਵੀ ਹੋ ਜਿਹਾ ਸੁਨਹਿਰੀ ਮੌਕਾ ਦੁਬਾਰਾ ਥੋੜ੍ਹਾ ਪ੍ਰਾਪਤ ਹੋਣਾ ਹੈ। ਆਪਣੇ ਵਾਸਤੇ ਇਹ ਸੱਚਖੰਡ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ। ਉਸੇ ਵਕਤ ਜਥੇਦਾਰ ਭਾਈ ਮਹਾਂ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਆਪ ਵਰਦਾਨ ਦੇਣਾ ਹੀ ਚਾਹੁੰਦੇ ਹੋ ਵੀ ਜਿਹੜਾ ਬੇਦਾਵੇ ਵਾਲਾ ਕਾਗਜ਼ ਆਪ ਨੇ ਕਿਸੇ ਦੇ ਵਿੱਚ ਸੰਭਾਲ ਕਰਕੇ ਰੱਖਿਆ ਹੋਇਆ, ਉਹਨੂੰ ਪਾੜ ਦਿਓ। ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੈਂ ਉਹਨਾਂ ਤੋਂ ਲੈਣਾ ਕੀ ਹੈ, ਤੇ ਜਿਹੜੇ ਜੰਗ ਤੋਂ ਡਰਦੇ ਹੋਏ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸੀ, ਤੂੰ ਹੋਰ ਕੋਈ ਆਪਣੀ ਵਸਤੂ ਪਰਿਵਾਰ ਦੇ ਲਈ ਕੁੱਲ ਦੇ ਵਾਸਤੇ ਮੰਗ ਲੈ। ਕਹਿ ਲੱਗਿਆ ਮਹਾਰਾਜ ਹੋਰ ਤਾਂ ਹੁਣ ਕੋਈ ਮੇਰੇ ਮਨ ਦੇ ਵਿੱਚ ਬਾਕੀ ਇੱਛਾ ਨਹੀਂ ਰਹੀ। ਜਦੋਂ ਦੇ ਆਪ ਜੀ ਦੇ ਦੀਦਾਰ ਕਰ ਲਏ ਹਨ, ਮਹਾਰਾਜ ਨੇ ਉਹ 4 ਕੁੰਗਲਾਂ ਦਾ ਜਿਹੜਾ ਕਾਗਜ਼ ਦਾ ਟੁਕੜਾ ਜਿਹਦੇ ਉੱਪਰ ਇਹਨਾਂ ਨੇ
ਜਿਹੜੇ ਕੋਰੇ ਕਾਗਜ਼ ਦੇ ਉੱਪਰ ਕਾਲੇ ਅੱਖਰ ਲਿਖੇ ਹੋਏ ਸਨ। ਇਹ ਕਲੰਗੀਆਂ ਵਾਲੇ ਪਾਤਸ਼ਾਹ ਵੀ ਅੱਜ ਤੋਂ ਬਾਅਦ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਪਰ ਉਹ ਜਿਹੜੇ ਕਾਲੇ ਅੱਖਰ ਜਥੇਦਾਰ ਭਾਈ ਮਾ ਸਿੰਘ ਨੇ ਆਪਣਾ ਇਹ ਖੋਂਡ ਡੋਲ ਕੇ ਸਾਫ਼ ਕੀਤੇ ਸੀ। ਇਸ ਨੂੰ ਦਿਖਾ ਕਰਕੇ ਮਹਾਰਾਜ ਨੇ ਉਹ ਜਿਹੜਾ ਬੇਦਾਵੇ ਵਾਲਾ ਛੋਟਾ ਜਿਹਾ ਕਾਗਜ਼ ਟੁਕੜੇ ਟੁਕੜੇ ਕਰ ਦਿੱਤਾ ਸੀ। ਜਥੇਦਾਰ ਭਾਈ ਮਾ ਸਿੰਘ ਵੀ ਦਸ਼ਮੇਸ਼ ਪਿਤਾ ਦਾ ਦਰਸ਼ਨ ਕਰਦਿਆਂ ਆਪਣਾ ਪੰਜ ਭੌਤਿਕ ਸਰੀਰ ਤਿਆਗ ਕਰਕੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਸਦਾ ਵਾਸਤੇ ਸਤਿਗੁਰੂ ਜੀ ਦੇ ਚਰਨਾਂ 'ਚ ਪਹੁੰਚ ਗਏ ਸਨ। ਮਹਾਰਾਜ ਨੇ ਆਪ ਇਹਨਾਂ ਸਾਰੇ ਸ਼ਹੀਦ ਸਿੰਘਾਂ ਦੇ ਜਿਹੜੇ ਸਰੀਰ ਇੱਕੋ ਹੀ ਚਿਖਾ ਤਿਆਰ ਕਰਵਾ ਕਰਕੇ ਉਹਦੇ ਵਿੱਚ ਸੰਸਕਾਰ ਕਰਵਾਏ ਸਨ। ਦੀਨ ਦੁਨੀਆ ਦੇ ਮਾਲਕ ਨੇ ਝੰਡਾ ਵੀ ਆਪਣੇ ਕਰ ਕਮਲਾਂ ਦੇ ਨਾਲ ਲਗਾਇਆ ਸੀ। ਜਿਤਨਾ ਚਿਰ ਇਹਨਾਂ ਦੇ ਸਰੀਰ ਚਿਖਾ ਦੇ ਵਿੱਚ ਭਸਮ ਨਹੀਂ ਹੋਏ ਸਨ ਉਤਨਾ ਚਿਰ ਸਤਿਗੁਰੂ ਜੀ ਵੀ ਉਸ ਉੱਥੇ ਸਾਹਮਣੇ ਖੜੇ ਰਹੇ ਸਨ। ਮਾਤਾ ਭਾਗੋ ਉਹਦੇ ਉੱਪਰ ਵੀ ਦਸ਼ਮੇਸ਼ ਪਿਤਾ ਨੇ ਬੜੀ ਕਿਰਪਾ ਕੀਤੀ, ਜਿਹਦੇ ਸਰੀਰ ਦੇ ਉੱਪਰ ਇੱਥੋਂ ਥਾਂ 'ਤੇ ਵੱਡੇ ਵੱਡੇ ਜ਼ਖਮ ਹੋਏ ਪਏ ਸਨ। ਮਹਾਰਾਜ ਨੇ ਦ੍ਰਿਸ਼ਟੀ ਪਾਈ, ਪਤਾ ਹੀ ਨਹੀਂ ਲੱਗਿਆ ਵੀ ਜ਼ਖਮਾਂ ਦਾ ਦੁੱਖ, ਜ਼ਖਮਾਂ ਦੀ ਪੀੜਾ ਕਿੱਧਰ ਨੂੰ ਉੱਡ ਗਈ ਹੈ। ਸਤਿਗੁਰੂ ਜੀ ਨੇ ਰਾਹ ਦੇ ਵਿੱਚ ਜਾਂਦਿਆਂ ਜਥੇਦਾਰ ਭਾਈ ਮਾ ਸਿੰਘ ਜਿਹੜੇ ਵੱਡੇ ਭਾਗਾਂ ਵਾਲਿਆਂ ਨੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਆਪਣੇ ਜਿਹੜੇ ਪ੍ਰਾਣ ਉਹ ਕੁਰਬਾਨ ਕੀਤੇ। ਤਾਂ ਫਿਰ ਇਹੋ ਜਿਹੀਆਂ ਜਿਹੜੀਆਂ ਪ੍ਰਸੰਨਤਾ ਖੁਸ਼ੀਆਂ ਜਗਿਆਸੂਆਂ ਨੂੰ ਗੁਰੂ ਪੀਰਾਂ ਦੇ ਪਾਸੋਂ ਪ੍ਰਾਪਤ ਹੋਇਆ ਕਰਦੀਆਂ ਹਨ। ਮਹਾਰਾਜ ਕਹਿਣ ਲੱਗੇ ਵੀ ਇਹ ਹੁਣ ਤਾਂ ਇਹਨੂੰ ਕਹਿੰਦੇ ਨੇ ਸਾਰੇ ਇਲਾਕੇ 'ਚ ਖਿਦਰਾਣੇ ਦੀ ਟਾਵ, ਪਰ ਸਮਾਂ ਪਾ ਕਰਕੇ ਇਹ ਜਿਹੜਾ ਸਥਾਨ ਸੰਗਤਾਂ ਦੇ ਵਿੱਚ ਮੁਕਤਸਰ ਨਾਮ 'ਤੇ ਪ੍ਰਸਿੱਧ ਹੋ ਜਾਏਗਾ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਮਹਾ ਸਿੰਘ ਬਨ ਮਹਾ ਸਿੰਘ ਅਬ। ਸਤਿਗੁਰੂ ਜੀ ਕਹਿ ਲਗੇ ਜਥੇਦਾਰ ਭਾਈ ਮਾ ਸਿੰਘ ਇਹ ਤਾਂ ਬਹੁਤ ਵੱਡੇ ਖਾਲਸਾ ਪੰਥ ਦੇ ਬਹੁਤ ਵੱਡੇ ਸ਼੍ਰੋਮਣੀ ਮੁਖੀ ਗੁਰ ਸਿੱਖ ਬਣ ਗਏ ਹਨ। ਬਰ ਲੈ ਦੇਸ਼ ਉਧਾਰ ਦਿਓ ਸਭ। ਜਿਹਨੇ ਇਹੋ ਜਿਹੇ ਵਰਦਾਨ ਲੈ ਕਰਕੇ ਨਾ ਸਾਡੇ ਪਾਸੋਂ ਆਪਣੇ ਸਾਰੇ ਇਲਾਕੇ ਦਾ ਹੀ ਭਲਾ ਕਰਵਾ ਲਿਆ। ਇਮ ਸ਼੍ਰੀ ਪ੍ਰਭ ਬਹੁ ਬਾਰ ਉਚਾਰੀ। ਔਰ ਰਸਤੇ ਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਪਿਆਰੇ ਗੁਰ ਸਿੱਖ ਦੀ ਰਸਨਾ ਤੋਂ ਬੜੀ ਵਡਿਆਈ ਤਾਰੀਫ ਕੀਤੀ ਸੀ। ਟੂਟੀ ਮੇਲਨ ਬਾਤ ਚਿਤਾਰੀ। ਜਿਹੜੀ ਭਾਈ ਮਾ ਸਿੰਘ ਨੇ ਟੂਟੇ ਗੰਡਨਾਰ ਗੋਪਾਲ ਸਰਬ ਜੀਆਂ ਪੈ ਪ੍ਰਤਪਾਲ ਇਹ ਵਰਦਾਨ ਦੀਨਾ ਦੁਨੀਆ ਦੇ ਮਾਲਕ ਦੇ ਚਰਨਾਂ 'ਚੋਂ ਆਪਣੇ ਇਲਾਕੇ ਦੇ ਵਿੱਚ ਜਿਹੜੀਆਂ ਰਹਿਣ ਵਾਲੀਆਂ ਸੰਗਤਾਂ ਜੋ ਵੀ ਗੁਰ ਸਿੱਖ ਵਸਦੇ ਸਨ ਉਹਨਾਂ ਦੇ ਭਲੇ ਦੇ ਲਈ ਟੂਟੀ ਗੰਡਨਾਰ ਗੋਪਾਲ
ਇਹ ਵਰਦਾਨ ਪ੍ਰਾਪਤ ਕਰ ਲਏ ਸਨ। ਭੂਤ ਭਵਿੱਖ ਵਿਚਾਰ ਪ੍ਰਸੰਗ। ਮਹਾਰਾਜ ਕਹਿਣ ਲੱਗੇ ਵੀ ਇਸ ਪ੍ਰਸੰਗ ਦੀ ਜਿਹੜੀ ਵਾਰਤਾ ਆਉਣ ਵਾਲੇ ਸਮਾਂ ਦੇ ਵਿੱਚ ਵੀ ਸੰਗਤਾਂ ਨੇ ਕਰਦੇ ਹੀ ਰਹਿਣਾ ਹੈ। ਭਏ ਆਨੰਦ ਪ੍ਰਭੂ ਸਰਬੰਗ। ਸਤਿਗੁਰੂ ਜੀ ਇਹਨਾਂ ਦੀ ਕੁਰਬਾਨੀ, ਇਹਨਾਂ ਦੀ ਸ਼ਹਾਦਤ ਦੇਖ ਕੇ ਮਨ ਦੇ ਵਿੱਚ ਬੜੇ ਪ੍ਰਸੰਨ ਹੋ ਗਏ ਸੀ। ਖਾਨਾ ਗਇਓ ਕਪੂਰੇ ਪਾਸ। ਉਧਰਾ ਚੌਧਰੀ ਕਪੂਰੇ ਦਾ ਜਿਹੜਾ ਨੌਕਰ ਸੀ, ਖਾਨਾ ਨਾਮ ਕਰਕੇ, ਇਹ ਉਸ ਸਮੇਂ ਦੇਖਿਆ ਵੀ ਯੁੱਧ ਦੀ ਤਾਂ ਸਮਾਪਤੀ ਹੋ ਗਈ, ਚੱਲ ਕਰਕੇ ਵੀ ਆਪਣੇ ਮਾਲਕ ਦੇ ਪਾਸ ਪਹੁੰਚ ਗਿਆ। ਗੁਰ ਕੀ ਗਤ ਨਹਿ ਕਰੀ ਪ੍ਰਕਾਸ਼। ਇਹਨੇ ਤੁਰਕਾ ਮੁਗਲਾ ਪਠਾਣਾ ਦੇ ਪਾਸ ਕੋਈ ਵੀ ਮਹਾਰਾਜ ਦੇ ਬਾਰੇ ਆਪਣੇ ਵੱਲੋਂ ਗੱਲਬਾਤ ਨਹੀਂ ਕੀਤੀ ਸੀ। ਤੂਸ਼ਨ ਹੀ ਲਸ਼ਕਰ ਮਹਿ ਰਹੈ। ਚੁੱਪ ਕਰਕੇ ਖਾਨਾ ਨਾਮ ਦਾ ਜਿਹੜਾ ਨੌਕਰ ਉਹ ਵਜੀਦੇ ਦੀਆਂ ਫੌਜਾਂ 'ਚ ਮਿਲ ਗਿਆ ਸੀ। ਬਿਦਤਹਿ ਗੁਰੂ ਆਪ ਹੀ ਲਹੈ। ਖਾਨੇ ਨਾਮ ਦੇ ਨੌਕਰ ਨੂੰ ਪਤਾ ਹੈ ਵੀ ਕੋਈ ਗੱਲ ਨਹੀਂ, ਸਮਾਂ ਪਾ ਕਰਕੇ ਜਦੋਂ ਗੁਰੂ ਜੀ ਫੇਰ ਇਹ ਇਲਾਕੇ ਦੇ ਵਿੱਚ ਹੋ ਗਏ ਪ੍ਰਗਟ, ਇਹਨਾਂ ਜ਼ਾਲਮਾਂ ਪਾਪੀਆਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ। ਥਲ ਜਲਹੀਨ ਜਾਨ ਗੁਣ ਖਾਨੀ। ਗੁਰਾਂ ਦੀ ਖਾਨ ਸਤਿਗੁਰੂ ਜੀ ਨੇ ਦੇਖਿਆ ਵੀ ਇਸ ਢਾਬ ਦੇ ਵਿੱਚ ਕੋਈ ਜ਼ਿਆਦਾ ਪਾਣੀ ਨਹੀਂ ਹੈ। ਚਲਬੇ ਹੇਤ ਚਾਹਿਓ ਅਗਵਾਨੀ। ਆਪ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਇੱਥੋਂ ਆਪਣਾ ਡੇਰਾ ਅੱਗੇ ਕੂਚ ਕਰਨ ਦੇ ਲਈ ਤਿਆਰ ਹੋ ਗਏ ਸਨ। ਰਾਖੇ ਚਾਕਰ ਜੇ ਬੈਰਾੜ। ਜਿਹੜੇ ਮਹਾਰਾਜ ਨੇ ਆਪਣੀ ਫੌਜ ਦੇ ਵਿੱਚ ਬਹੁਤ ਸਾਰੇ ਬੈਰਾੜ ਨੌਕਰ ਰੱਖੇ ਹੋਏ ਸਨ। ਚਲੋ ਅਗਰ ਤੁਮ ਪਿਖੀ ਉਜਾੜ। ਸਤਿਗੁਰੂ ਜੀ ਨੂੰ ਕਹਿ ਲੱਗਾ ਸੱਚੇ ਪਾਤਸ਼ਾਹ ਅੱਗੇ ਤਾਂ ਹੁਣ ਜੰਗਲ ਰੋਈਆਂ ਬਿਆਵਾਨ ਹੀ ਆਉਣੇ ਹਨ। ਨਿਰਮਲ ਜਲ ਕੋ ਥਲ ਜਿਤ ਪਾਵੋ। ਇਸ ਰਸਤੇ ਤਾਂ ਜਿੱਥੇ ਵੀ ਆਪਾਂ ਨੂੰ ਕੋਈ ਇਹ ਨਿਰਮਲ ਜਲ ਵਾਲੀ ਜਗ੍ਹਾ ਮਿਲ ਜਾਏਗੀ। ਚੱਲੋ ਸ਼ੀਘਰ ਤਹਿ ਸਿਵਰ ਟਿਕਾਵੋ। ਸਤਿਗੁਰੂ ਜੀ ਕਹਿ ਲਗੇ ਉਹਨਾਂ ਬਹਿਰਾੜਾਂ ਨੂੰ ਵੀ ਆਪਾਂ ਜਲਦੀ ਤੋਂ ਜਲਦੀ ਕੋਈ ਇਹੋ ਜਿਹੇ ਸਥਾਨ ਤੇ ਜਾ ਕਰਕੇ ਆਪਣੇ ਡੇਰੇ ਲਗਾਉਣੇ ਨੇ। ਇਮ ਕਹਿ ਤੋਰ ਤੁਰੰਗਮ ਚੱਲੇ। ਇਹ ਸਤਿਗੁਰੂ ਜੀ ਨੇ ਹੁਕਮ ਕਰਤਾ ਇਹਨਾਂ ਬਰਾੜਾਂ ਨੂੰ, ਜਿਹਦੇ ਸੂਰਮਿਆਂ ਨੇ ਆਪੋ ਆਪਣੇ ਘੋੜੇ ਕਾਠੀਆਂ ਪਾ ਕੇ ਅੱਗੇ ਨੂੰ ਤੁਰ ਲਏ ਸਨ। ਇੱਕ ਸਰਾਏ ਹੇਰੀ ਥਲ ਭਲੇ। ਜਾਂਦਿਆਂ ਜਾਂਦਿਆਂ ਮਹਾਰਾਜ ਨੇ ਇੱਕ ਬਹੁਤ ਸੁੰਦਰ ਸਰਾਹ ਦੇਖੀ ਸੀ। ਤਹੀਂ ਸਰੋਵਰ ਸੁੰਦਰ ਹੇਰਾ। ਉਸ ਦੇ ਨੇੜੇ ਹੀ ਬਹੁਤ ਵੱਡਾ ਇੱਕ ਨਿਰਮਲ ਜਲ ਦਾ ਸਰੋਵਰ ਵੀ ਬਣਿਆ ਹੋਇਆ ਸੀ। ਤਿਸ ਕੇ ਤੀਰ ਕਰਿਓ ਗੁਰ ਡੇਰਾ। ਮਹਾਰਾਜ ਨੇ ਉਸ ਸਰੋਵਰ ਦੇ ਕਿਨਾਰੇ ਤੇ ਜਾ ਕਰਕੇ ਆਪਣੇ ਡੇਰੇ ਲਗਾ ਦਿੱਤੇ ਸਨ। ਜਹ ਕਹਿ ਉਤਰ ਤੁਰੰਗ ਲਗਾਏ। ਗੋਰਾ ਸਿੱਖਾਂ ਨੇ ਵੀ ਜਿੱਥੇ ਕਿਸੇ ਨੂੰ ਜਗ੍ਹਾ ਪਸੰਦ ਆਈ ਉੱਥੇ ਜਾ ਕਰਕੇ ਆਪੋ ਆਪਣੇ ਜਿਹੜੇ ਘੋੜੇ ਕਿੱਲਿਆਂ ਦੇ ਨਾਲ ਬੰਨ ਲਏ ਹਨ। ਤ੍ਰਿਣ ਕਾਸ਼ਟ ਇਕੱਠੇ ਕਰਵਾਏ। ਸੇਵਕਾਂ ਨੇ ਆਪਣੇ ਆਪ ਹੀ ਜੰਗਲਾਂ ਚੋਂ ਹਰਾ ਹਰਾ ਘਾਹ ਦਾਣਾ ਵਗੈਰਾ ਲਿਆ ਕਰਕੇ ਆਪੋ ਆਪਣੇ ਘੋੜਿਆਂ ਦੇ ਅੱਗੇ ਪਾ ਦਿੱਤਾ ਸੀ। ਵਿਚਰਤ ਭਏ ਸਿੰਘ ਜਹ ਕਹਾ। ਹੁਣ ਜਿਹੜੇ ਗੁਰੂ ਕੇ ਪਿਆਰੇ ਜੋਧੇ ਸੂਰਮੇ ਸਾਤਰ ਬਾਤਰ ਸਜਾ ਕਰਕੇ ਨਾ ਇਸ ਸਰੋਵਰ ਦੇ ਆਲੇ ਦੁਆਲੇ ਘੁੰਮਣ ਲੱਗ ਪਏ ਸਨ। ਏਕ ਸਾਧ ਕੋ ਆਸ਼ਰਮ ਤਹਾ। ਇਸ ਸਰੋਵਰ ਦੇ ਨੇੜੇ ਇੱਕ ਸਾਧੂ ਫਕੀਰ ਦਾ ਬਹੁਤ ਵੱਡਾ ਆਸ਼ਰਮ ਬਣਿਆ ਹੋਇਆ ਸੀ। ਬੂਝਨ ਲੱਗਿਓ ਸੇਵਕਨ ਸੋਈ। ਉਹ ਜਿਹੜਾ ਸਾਧੂ ਫਕੀਰ ਮਹਾਤਮਾ ਆਪਣੇ ਚੇਲਿਆਂ ਸੇਵਕਾਂ ਨੂੰ ਉਸ ਸਮੇਂ ਪੁੱਛਣ ਲੱਗਿਆ ਸੀ ਪਰਲੇ ਤੀਰ ਤਾਲ ਕੇ ਹੋਈ। ਵੀ ਅੱਜ ਇਤਨਾ ਖੜਕਾ ਦੜਕਾ ਕਾਹਦੇ ਵਾਸਤੇ ਹੋਣ ਲੱਗ ਪਿਆ ਆ ਸਰੋਵਰ ਦੇ ਪਾਰਲੇ ਕਿਨਾਰੇ ਤੇ ਕਿਨੇ ਆ ਕਰਕੇ ਅੱਜ ਅਚਾਨਕ ਹੀ ਆਪਣੇ ਡੇਰੇ ਲਗਾਏ ਹਨ। ਉਤਰਿਓ ਕੌਣ ਬੋਲ ਸੁਨੀਅੰਤੇ। ਕਹਿ ਲੱਗਿਆ ਉੱਚੀ ਉੱਚੀ ਬੋਲਣ ਦੀ ਆਵਾਜ਼ ਇਹ ਵੀ ਮੇਰੇ ਕੰਨਾਂ 'ਚ ਸੁਣਾਈ ਦਿੰਦੀ ਹੈ। ਕਿਤ ਤੇ ਆਏ ਕਹਾਂ ਗਮਨੰਤੇ। ਆਪਣੇ ਚੇਲਿਆਂ
ਸੇਵਕਾਂ ਨੂੰ ਪੁੱਛਣ ਲੱਗਿਆ ਵੀ ਜਾ ਕੇ ਪਤਾ ਕਰੋ ਕੌਣ ਨੇ ਇਹ, ਕਿੱਥੋਂ ਚੱਲ ਕਰਕੇ ਆਏ ਹਨ। ਤਿਸ ਕੇ ਦਾਸਨ ਦਇਓ ਬਤਾਈ। ਕੌਣ? ਇਹਦੇ ਚੇਲੇ ਸੇਵਕਾਂ ਦਾਸਾਂ ਨੇ। ਪਹਿਲਾਂ ਹੀ ਸਤਿਗੁਰੂ ਜੀ ਦੇ ਸਰੋਵਰ ਦੇ ਕਿਨਾਰੇ ਤੇ ਜਾ ਕੇ ਜਦੋਂ ਦਰਸ਼ਨ ਕੀਤੇ, ਉਸ ਸਮੇਂ ਸਾਰੀ ਵਾਰਤਾ ਦੇ ਬਾਰੇ ਪਤਾ ਲੱਗ ਚੁੱਕਿਆ ਸੀ। ਗੁਰੂ ਮਰੇਲਾ ਉਤਰਿਓ ਆਈ। ਆਪਣੇ ਸਾਧੂ ਫਕੀਰ ਨੂੰ ਕਹਿਣ ਲੱਗੇ ਵੀ ਇੱਥੇ ਸਰੋਵਰ ਦੇ ਕਿਨਾਰੇ ਤੇ ਮਰੇਲਾ ਗੁਰੂ, ਉਹਨਾਂ ਨੇ ਆਪਣੇ ਡੇਰੇ ਲਗਾਏ ਹੋਏ ਹਨ। ਸਤਿਗੁਰੂ ਜੀ ਨੇ ਜਿਹੜੀਆਂ ਨੇ ਤੁਰਕਾਂ, ਮੁਗਲਾਂ, ਪਠਾਨਾਂ ਦੀਆਂ ਫੌਜਾਂ, ਇੱਕ ਨਹੀਂ ਦੋ ਨਹੀਂ, ਲੱਖਾਂ ਦੀ ਤਾਦਾਦ ਦੇ ਵਿੱਚ ਜਦੋਂ ਵੱਡੇ ਵੱਡੇ ਯੋਧੇ ਸੂਰਮੇ ਇਹਨਾਂ ਦੇ ਮਿੱਟੀ 'ਚ ਮਿਲਾ ਦਿੱਤੇ। ਕਈ ਵਾਰੀ ਸਤਿਗੁਰੂ ਜੀ ਦਾ ਮੁਕਾਬਲਾ ਇਹਨਾਂ ਦੇ ਨਾਲ ਰੜੇ ਮੈਦਾਨ ਦੇ ਵਿੱਚ ਵੀ ਹੋਇਆ ਸੀ। ਉਸ ਸਮੇਂ ਵੀ ਹੈ ਜਿਹੜੇ ਤੁਰਕ, ਮੁਗਲ, ਪਠਾਨ ਕਦੇ ਵੀ ਦਸ਼ਮੇਸ਼ ਪਿਤਾ ਨੂੰ ਜਿੱਤਣ ਤਾਂ ਨਹੀਂ ਸਕੇ ਸਨ। ਇਸ ਕਰਕੇ ਇਹ ਹਿੰਦੁਸਤਾਨ ਦੇ ਵਿੱਚ ਚਾਰੇ ਪਾਸੇ ਆਮ ਲੋਕਾਂ ਦੇ ਵਿੱਚ ਸਤਿਗੁਰੂ ਜੀ ਦਾ ਜਿਹੜਾ ਨਾਮ ਮਰੇਲਾ ਗੁਰੂ ਪੱਕ ਚੁੱਕਿਆ ਸੀ। ਸੇਵਕ ਦਾਸ ਕਹਿਣ ਲੱਗੇ ਵੀ ਇੱਥੇ ਮਰੇਲੇ ਗੁਰੂ ਨੇ ਆਪਣੇ ਡੇਰੇ ਲਗਾਏ ਹੋਏ ਨੇ। ਤੁਰਕਨ ਸੰਗ ਜੰਗ ਕਰ ਭਾਰੇ। ਜਿਨ੍ਹਾਂ ਨੇ ਹੁਣ ਤੱਕ ਤੁਰਕਾਂ, ਮੁਗਲਾਂ, ਪਠਾਨਾਂ ਦੇ ਨਾਲ ਪਤਾ ਨਹੀਂ ਕਿਤਨੇ ਵੱਡੇ ਵੱਡੇ ਘਮਸਾਨ ਦੇ ਜੰਗ ਕਰਦੇ ਹੋਏ ਉਹਨਾਂ ਦੇ ਨੱਕ ਦੇ ਵਿੱਚ ਧੂਆਂ ਲਿਆ ਕਰਕੇ ਰੱਖ ਦਿੱਤਾ ਹੈ। ਕੀਤੀ ਬਾਰ ਹਜ਼ਾਰੋਂ ਗਾਰੇ। ਗੁਰੂ ਜੀ ਨੇ ਕਈ ਦਫਾ ਹਜ਼ਾਰਾਂ ਦੀ ਗਿਣਤੀ ਤਾਂ ਇਹਨਾਂ ਦੇ ਵੱਡੇ ਵੱਡੇ ਯੋਧੇ ਸੂਰਮੇ ਹੀ ਗਾਲ ਦਿੱਤੇ ਹਨ। ਸੁਨਤ ਸਾਧ ਬੂਝਣ ਲੱਗ ਫੇਰੀ। ਇਹ ਸੁਣ ਕਰਕੇ ਉਹ ਸਾਧ ਫਕੀਰ ਆਪਣੇ ਚੇਲਿਆਂ ਸੇਵਕਾਂ ਨੂੰ ਪੁੱਛਣ ਲੱਗਿਆ ਸੀ ਆਰ ਬਲਾ ਕੀਤੀ ਗੁਰ ਕੇਰੀ। ਵੀ ਤੁਸੀਂ ਗੁਰੂ ਜੀ ਦਾ ਦਰਸ਼ਨ ਕੀਤਾ, ਅੰਦਾਜ਼ਾ ਲਗਾ ਲਿਆ ਹੋ ਵੀ ਉਹਨਾਂ ਦੀ ਉਮਰ ਆ ਜਿਹੜੀ ਕਿਤਨੇ ਕ ਸਾਲਾਂ ਦੀ ਹੋ ਚੁੱਕੀ ਹੈ। ਕੇਤਕ ਸਿੱਖ ਸੇਵਕ ਹੈ ਸੰਗ। ਕਿਤਨੇ ਕ ਸੇਵਕ ਦਾਸ ਪ੍ਰੇਮੀ ਉਹਨਾਂ ਦੇ ਨਾਲ ਚੱਲ ਕਰਕੇ ਆਏ ਨੇ। ਉਤਰਿਓ ਆਨ ਕਰਤ ਹੀ ਜੰਗ। ਜਿਹੜੇ ਜੰਗ ਕਰਦੇ ਕਰਦੇ ਇੱਥੇ ਆ ਕਰਕੇ ਉਹਨਾਂ ਨੇ ਆ ਸਰੋਵਰ ਦੇ ਕਿਨਾਰੇ ਤੇ ਆਪਣੇ ਡੇਰੇ ਲਗਾ ਲਏ ਹਨ। ਤਾਹਾਂ ਸਿੰਘ ਸੋ ਵਿਚਰਤ ਗਏ। ਹੁਣ ਉਸ ਸਮੇਂ ਜਿਹੜੇ ਸਿੰਘ ਸੂਰਮੇ ਆਲੇ ਦੁਆਲੇ ਘੁੰਮਦੇ ਹੋਏ ਆ, ਇਹ ਵੀ ਇਸ ਸਾਧੂ ਮਹਾਤਮਾ ਦੇ ਪਾਸ ਚਲੇ ਗਏ ਸੀ। ਬੂਝੀ ਬਾਤ ਬਤਾਵਤ ਭਏ। ਸਾਰੀ ਗੱਲਬਾਤ ਉਹਨਾਂ ਨੇ ਵੀ ਦਸ਼ਮੇਸ਼ ਪਿਤਾ ਦੇ ਪਾਸ ਦੱਸ ਦਿੱਤੀ ਸੀ। ਬਰਸ 30 ਤੇ ਉੱਪਰ ਚਰੇ। ਜਿਹੜੇ ਚੇਲੇ ਸੇਵਕ ਦਾਸੇ ਦੇ ਦਰਸ਼ਨ ਕਰਕੇ ਆਏ, ਉਹ ਕਹਿਣ ਲੱਗੇ ਮਹਾਰਾਜ ਵੀ ਅੰਦਾਜ਼ੇ ਹੀ ਹੈ ਸਾਡਾ ਇੱਕ ਤਰ੍ਹਾਂ ਦਾ ਗੁਰੂ ਦੀ ਜਿਹੜੀ ਉਮਰ 30 ਸਾਲ ਤੋਂ ਉੱਪਰ ਹੋ ਚੁੱਕੀ ਹੈ। 40 ਸੰਮਤ ਕੇ ਲੱਖ ਤਰੇ। ਸਾਨੂੰ ਤਾਂ ਉਹ ਲੱਗਦਾ ਵੀ 30 ਸਾਲ ਤੋਂ ਉੱਪਰ ਤੇ 40 ਸਾਲਾਂ ਤੋਂ ਥੋੜੇ ਜਿਹੇ ਥੱਲੇ ਹੀ ਲੱਗਦੇ ਹਨ। ਸੁਨਤ ਸਾਧ ਤਰਕਤ ਕਹਿ ਬੈਨਾ। ਜਦੋਂ ਇਹਦੇ ਚੇਲਿਆਂ ਨੇ ਸੇਵਕਾਂ ਨੇ ਦਾਸਾਂ ਨੇ ਦੱਸਿਆ ਵੀ ਗੁਰੂ ਜੀ ਦੀ ਉਮਰ ਤਾਂ ਅਜੇ 40 ਸਾਲ ਤੋਂ ਵੀ ਥੱਲੇ ਹੈ। ਤਿਸ ਗੁਰ ਤੇ ਹਮਨੇ ਕਿਆ ਲੈਣਾ। ਉਸ ਸਮੇਂ ਸਾਧ ਬੜੀਆਂ ਤਰਕਾਂ ਦੀਆਂ ਗੱਲਾਂ ਕਰਦਾ ਹੋਇਆ ਕਹਿਣ ਲੱਗਿਆ ਵੀ ਇਤਨੀ ਛੋਟੀ ਉਮਰ ਦੇ ਗੁਰੂ ਜੀ ਦੇ ਆਪਾਂ ਲੈਣਾ ਕੀ ਹੈ, ਜਿਹੜੇ ਅਜੇ 40 ਸਾਲ ਦੇ ਹੀ ਨੇੜੇ ਤੇੜੇ ਪਹੁੰਚੇ ਹਨ। ਸਦੀ ਸਾਧਨਾ ਹੋਏ ਨਾ ਕੋਈ। ਹੁਣ ਇਤਨੇ ਛੋਟੀ ਆਜੂ ਦੇ ਵਿੱਚ ਇਹਨਾਂ ਨੇ ਕੋਈ ਨਾ ਪੁਰਾਣਾ ਜਾਮ ਤੇ ਨਾ ਕੋਈ ਸਾਧਨਾ ਵੀ ਨਹੀਂ ਸਾਧੀ ਹੋਏਗੀ। ਸ਼ਾਂਤ ਸਮੇਤ ਨਹੀਂ ਚਿੱਤ ਹੋਈ। ਮੈਨੂੰ ਤਾਂ ਲੱਗਦਾ ਨਹੀਂ ਵੀ ਇਹਨਾਂ ਦੇ ਮਨ ਦੇ ਵਿੱਚ ਕੋਈ ਸ਼ਾਂਤੀ ਜਾਂ ਚੈਨ ਸਾਧਨਾ ਕਰਦਿਆਂ ਪੈਦਾ ਹੋਈ ਹੋਵੇਗੀ। ਇਤਨੀ ਛੋਟੀ ਉਮਰ ਦੇ ਵਿੱਚ ਹੁਣ ਸਾਧਨ ਵੀ
ਕਿਵੇਂ ਹੋ ਸਕਦੇ ਹਨ। ਤਿਸ ਕੋ ਕਹਿਓ ਸਿੰਘ ਸੁਨ ਆਏ। ਉਸ ਵਕਤ ਜਿਹੜੀ ਹਕੀਕਤ ਸਿੰਘਾਂ ਨੇ ਵੀ ਸਾਧ ਦੇ ਪਾਸ ਬੈਠ ਕਰਕੇ ਆਪਣੇ ਕੰਨਾਂ ਦੇ ਨਾਲ ਸੁਣ ਲਈ ਸੀ। ਤਰਕ ਹਿਰਦੇ ਕਰਕਤ ਖੁਨਸਾਏ। ਔਰ ਜਿਸ ਨੇ ਮਨ ਦੇ ਅੰਦਰ ਬੜੀ ਇੱਕ ਤਰ੍ਹਾਂ ਦੀ ਤਰਕ ਖੁਨ ਸਦਿਆ ਹੋਇਆ ਇਹੋ ਜਿਹੀਆਂ ਬੜੀਆਂ ਗੱਲਾਂ ਬਾਤਾਂ ਮਹਾਰਾਜ ਦੇ ਪ੍ਰਤੀ ਕਹਿ ਦਿੱਤੀਆਂ ਵੀ ਇਹੋ ਜੀ ਛੋਟੀ ਜਿਹੀ ਉਮਰ ਵਾਲੇ ਗੁਰੂ ਤੋਂ ਮੈਂ ਕੀ ਲੈਣਾ ਹੈ। ਮਿਲੇ ਆਨ ਜਬ ਸਤਿਗੁਰ ਪਾਸ। ਜਦੋਂ ਜੋਧ ਹੈ ਸੂਰਮੇ ਇਸ ਸਾਧੂ ਮਹਾਤਮਾ ਦੇ ਕੋਲੋਂ ਇਹ ਤਰਕ ਵਾਲੀਆਂ ਸੁਣ ਕਰ ਗਏ ਗੱਲਾਂ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ 'ਚ ਪਹੁੰਚ ਗਏ ਸੀ। ਕਹੀ ਸਾਧ ਕੀ ਕਰੀ ਪ੍ਰਕਾਸ਼। ਜਿਵੇਂ ਜਿਵੇਂ ਬੜੀਆਂ ਦਲੀਲਾਂ ਬੜੀਆਂ ਤਰਕਾਂ ਮਹਾਰਾਜ ਦੇ ਉੱਪਰ ਕੀਤੀਆਂ ਉਸੇ ਤਰ੍ਹਾਂ ਇਹਨਾਂ ਨੇ ਆਪਣੇ ਵੱਲੋਂ ਬੇਨਤੀ ਕਰ ਦਿੱਤੀ ਸੀ। ਸੁਨ ਗੁਰ ਕਹਿਓ ਸਾਧ ਬਹੁ ਦਿਨ ਕੋ। ਸੁਣ ਕਰਕੇ ਸਰਬੱਗ ਅੰਤਰਜਾਮੀ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਦੱਸਣ ਲੱਗੇ ਸਨ। ਆਰ ਬਲਾ ਗੁਮਾਨ ਬਹੁ ਮਨ ਕੋ। ਵੀ ਇਸ ਸਾਧ ਦੇ ਮਨ ਦੇ ਅੰਦਰ ਨਾ ਆਪਣੀ ਬਹੁਤ ਵੱਡੀ ਉਮਰ ਦਾ ਬੜਾ ਮਾਨ ਹੰਕਾਰ ਭਰਿਆ ਹੋਇਆ ਹੈ। ਕਿਤਕ ਚੇਲਕਾ ਤਿਸਕੇ ਆਏ। ਕੁਦਰਤੀ ਤੌਰ ਤੇ ਉਧਰੋਂ ਇਹਦੇ ਜਿਹੜੇ ਚੇਲੇ ਸਤਿਗੁਰੂ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਪਹੁੰਚੇ ਹੋਏ ਸੀ। ਜਦੋਂ ਮਹਾਰਾਜ ਨੇ ਡੇਰਾ ਲਗਾਇਆ ਕੁਝ ਕੁ ਜੋਧੇ ਸੂਰਮੇ ਇਸ ਸਾਧ ਦੇ ਪਾਸ ਚਲੇ ਗਏ ਸਨ। ਦੋਵੇਂ ਪਾਸਿਆਂ ਤੋਂ ਜੋ ਵੀ ਗੱਲਾਂ ਬਾਤਾਂ ਹੋਈਆਂ ਸਨ। ਦਰਸ਼ਨ ਕਰ ਹੈ ਥਿਰੇ ਤਿਸ ਥਾਏ। ਇਸ ਸਾਧ ਦੇ ਚੇਲੇ ਸੇਵਕ ਦਾਸ ਤੇ ਮਹਾਰਾਜ ਦੇ ਪਾਸ ਬੈਠ ਕਰਕੇ ਦਰਸ਼ਨ ਕਰ ਰਹੇ ਸੀ। ਤਬ ਸਿੱਖਨ ਬੂਝਿਓ ਪ੍ਰਭ ਸਾਥ। ਉਸ ਸਮੇਂ ਗੌਰ ਸਿੱਖ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਪੁੱਛਣ ਲੱਗੇ ਸਨ। ਬੈਸ ਸਾਧ ਕੀ ਕੇਤਕ ਨਾਥ। ਸੱਚੇ ਪਾਤਸ਼ਾਹ ਵੀ ਆਪ ਤਾਂ ਸਰਬਾਗੋਂ ਤਰਕਾਲ ਦਰਸ਼ਿਓ ਵੀ ਇਸ ਸਾਧ ਦੀ ਉਮਰ ਕਿਤਨੀ ਕ ਵੱਡੀ ਹੋ ਚੁੱਕੀ ਹੈ। ਜਿਸ ਕੋ ਕਰ ਗੁਮਾਨ ਬਹੁ ਰਹਿਓ। ਇਸ ਆਜੂ ਦਾ ਉਮਰ ਦਾ ਇਸ ਸਾਧ ਫਕੀਰ ਨੇ ਆਪਣੇ ਮਨ ਦੇ ਅੰਦਰ ਬੜਾ ਮਾਨ ਬੜਾ ਹੰਕਾਰ ਧਾਰਨ ਕੀਤਾ ਹੋਇਆ। ਤਰਕਤ ਰਾਵਰ ਕੋ ਬਚ ਕਹਿਓ। ਸੱਚੇ ਪਾਤਸ਼ਾਹ ਵੀ ਬੜੇ ਤਰਕ ਦੇ ਜਿਹੜੇ ਬਚਨ ਨੇ ਆਪ ਨੂੰ ਵੀ ਉਸ ਸਮੇਂ ਕਹਿ ਦਿੱਤਾ ਸੀ। ਗੁਰ ਕਹੈ 5000 ਬਰਸ। ਉਸ ਸਮੇਂ ਦਸ਼ਮੇਸ਼ ਪਿਤਾ ਨੇ ਦੱਸਿਆ ਗੁਰਮੁਖੋ ਇਸ ਸਾਧੂ ਫਕੀਰ ਦੀ ਜਿਹੜੀ ਉਮਰ 5000 ਤੋਂ ਉੱਪਰ ਹੋ ਚੁੱਕੀ ਹੈ। ਖਟ ਵੀਹਾਂ ਉਪਰ ਭੇ ਸਰਸ। ਹੁਣ 5000 ਤੋਂ 120 ਸਾਲ ਜਿਹੜੇ ਉੱਪਰ ਹੋ ਚੁੱਕੇ ਹਨ। ਸਵਾਸ ਟਿਕਾਏ ਸਮਾਧ ਲਗਾਵੇ। ਇਹਨਾਂ ਪੁਰਾਣਾ ਜਾਮ ਦੁਆਰਾ ਆਪਣੇ ਸਵਾਸਾਂ ਨੂੰ 10ਵੇਂ ਦੁਆਰ ਦੇ ਵਿੱਚ ਟਿਕਾ ਕਰਕੇ ਸਮਾਧੀਆਂ ਲਗਾਉਂਦਾ ਰਹਿੰਦਾ ਹੈ। ਇਸ ਕਰਕੇ ਇਸ ਨੇ ਜਿਹੜੀ ਆਪਣੀ ਉਮਰ ਬਹੁਤ ਜ਼ਿਆਦਾ ਹੁਣ ਵਧਾਈ ਹੋਈ ਹੈ। ਵੈਸੇ ਸੰਮਤ ਕਿਤਕ ਬਿਤਾਵੇ। ਇੱਥੇ ਆਸ਼ਰਮ ਦੇ ਵਿੱਚ ਬੈਠਿਆ ਹੋਇਆ ਇਹਨੇ ਪਤਾ ਨਹੀਂ ਕਿਤਨੇ ਜਿਹੜੇ ਬਰਸ ਬਤੀਤ ਕਰ ਦਿੱਤੇ ਹਨ। ਕਬ ਕਬ ਤਜਨ ਸਮਾਧੀ ਕਰੇ। ਇਹ ਕਦੇ ਕਦੇ ਆਪਣੀ ਸਮਾਧੀ ਤੋਂ ਉਥਾਨ ਹੁੰਦਾ ਹੈ। ਬੋਲ ਬਿਲੋਕ ਹੈ ਤੁਤ ਫਿਰੈ। ਫਿਰ ਜਦੋਂ ਸਮਾਧੀ ਖੋਲ ਲਈ ਥੋੜਾ ਬਹੁਤਾ ਟਾਈਮ ਇੱਧਰ ਉੱਧਰ ਘੁੰਮ ਪਰ ਗਏ ਆ ਸ੍ਰਿਸ਼ਟੀ ਨੂੰ ਦੇਖ ਲੈਂਦਾ ਹੈ। ਸੁਨਤ ਚੇਲਕਾ ਬਹੁ ਬਿਸਮਾਏ। ਹੁਣ ਜਦੋਂ ਸਤਿਗੁਰੂ ਜੀ ਨੇ ਭਵਿੱਖ ਦਾ ਵਚਨ ਕਹਤੇ ਇਸ ਸਾਧੂ ਮਹਾਤਮਾ ਦੀ ਉਮਰ ਵੀ ਸਤਿਗੁਰੂ ਜੀ ਨੇ ਸਰਬੱਗਤਾ ਦੁਆਰਾ ਸਾਰਿਆਂ ਦੇ ਸਾਹਮਣੇ ਦੱਸੀ। ਜਿਹੜੇ ਇਹਦੇ ਚੇਲੇ ਸੇਵਕ ਦਾਸ ਉਹ ਵੀ ਮਹਾਰਾਜ ਦੇ ਬਚਨ ਸੁਣ ਰਹੇ ਸਨ। ਆਪਣੇ ਗੁਰੂ ਸਾਧ ਢਿਗ ਆਏ। ਜਦੋਂ ਨਾ ਚੱਲ ਕਰਕੇ ਆਪਣੇ ਗੁਰੂ ਸਾਧ ਫਕੀਰ ਦੇ ਪਾਸ ਇਹਦੇ ਚੇਲੇ
ਸੇਵਕ ਦਾਸ ਪਹੁੰਚੇ ਸਨ। ਹੇ ਮਹੰਤ ਜੀ ਸਿੱਖ ਸੁਣ ਗਏ। ਕਹਿ ਲਗੇ ਮਹੰਤ ਜੀ ਵੀ ਇਹ ਜੋ ਸਤਿਗੁਰੂ ਜੀ ਦੇ ਜੋਧੇ ਸੂਰਮੇ ਆ ਤੁਹਾਡੀਆਂ ਜਿਹੜੀਆਂ ਤਰਕਾਂ ਵਾਲੀਆਂ ਗੱਲਾਂ ਸੁਣ ਕੇ ਨਾ ਗੁਰੂ ਜੀ ਦੇ ਪਾਸ ਪਹੁੰਚੇ ਸਨ। ਤੁਮਰੀ ਕਹੀ ਬਤਾਵਤ ਭਏ। ਜਦੋਂ ਉਹਨਾਂ ਨੇ ਜੋ ਤੁਸੀਂ ਤਰਕ ਵਾਲੀਆਂ ਗੱਲਾਂ ਕੀਤੀਆਂ ਜਾ ਕਰਕੇ ਗੁਰੂ ਜੀ ਦੇ ਪਾਸ ਦੱਸੀਆਂ ਸੀ। ਬਿਕਸ ਬਦਨ ਤੇ ਗੁਰੂ ਬਖਾਨੀ। ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਬੜੇ ਸੁੰਦਰ ਨੂਰਾਨੀ ਚਿਹਰੇ ਤੋਂ ਨਾ ਮੁਸਕਰਾਉਂਦਿਆਂ ਹੋਇਆ ਬੜੇ ਅਗੰਮੀ ਭਵਿੱਖਤ ਵਚਨ ਸੁਣ ਕਰਕੇ ਅਸੀਂ ਤਾਂ ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਹਾਂ। ਆਰਬਲਾ ਕੋ ਸਾਧ ਗੁਮਾਨੀ। ਮਹਾਰਾਜ ਨੇ ਬਚਨ ਕੀਤੇ ਨੇ ਵੀ ਇਸ ਸਾਧ ਦੇ ਮਨ ਦੇ ਅੰਦਰ ਆਪਣੀ ਉਮਰ ਦਾ ਆਪਣੀ ਆਜੂ ਦਾ ਬਹੁਤ ਜ਼ਿਆਦਾ ਮਾਨ ਹੰਕਾਰ ਭਰਿਆ ਹੋਇਆ ਹੈ। ਸਿੰਘਨ ਬੂਝੀ ਬੈਸ ਤੁਮਾਰੀ। ਉਹ ਸਮੇਂ ਨਾ ਜਦੋਂ ਤੁਹਾਡੀ ਜਿਹੜੀ ਉਮਰ ਗੁਰੂ ਕੇ ਸਿੰਘਾਂ ਨੇ ਦੋਵੇਂ ਹੱਥ ਜੋੜ ਕਰਕੇ ਪੁੱਛੀ ਸੱਚੇ ਪਾਤਸ਼ਾਹ ਵੀ ਕਿਤਨੀ ਕੁ ਉਮਰ ਦਾ ਹੈ ਸਾਧ ਦਰਵੇਸ਼ ਇਸ ਟਾਈਮ ਤੇ ਆ ਚੁੱਕੇ ਹੈ। ਸੋ ਸਗਨੀ ਤਤਕਾਲ ਉਚਾਰੀ। ਇਹ ਗੁਰੂ ਜੀ ਦੀ ਉਮਰ ਤਾਂ ਹੈ ਭਾਵੇਂ ਛੋਟੀ 40 ਸਾਲ ਤੋਂ ਥੱਲੇ ਹੀ ਹਨ, ਪਰ ਸਾਡੇ ਬੈਠਿਆਂ ਬਿਠਾਇਆ ਮਹਾਰਾਜ ਨੇ ਨਾ ਤੁਹਾਡੀ ਉਮਰ ਬਾਰੇ ਵੀ ਬਚਨ ਕਰ ਦਿੱਤੇ ਸਨ। 5006 ਔਰ ਜੋ ਆਪ ਜੀ ਦੀ ਉਮਰ 5120 ਸਾਲ ਦੀ ਹੁਣ ਹੋ ਚੁੱਕੀ ਹੈ। ਹਮਨੇ ਸੁਨੀ ਹੁਤੇ ਤਿਸ ਠੌਰ। ਅਸੀਂ ਇਹ ਜਿਹੜੇ ਬਚਨ ਗੁਰੂ ਜੀ ਦੇ ਪਾਸ ਬੈਠ ਕਰਕੇ ਆਪ ਸੁਣੇ ਹਨ। ਕਹਿਤ ਸਾਧ ਆਚਰਜ ਸਮੇਤੀ। ਇਹ ਸੁਣ ਕਰਕੇ ਸਾਧ ਮਨ ਦੇ ਵਿੱਚ ਬੜਾ ਹੈਰਾਨ ਹੋ ਲੱਗ ਪਿਆ। ਇਤਨੀ ਸਰਬਗਤਾ ਇਤਨੀ ਅੰਤਰਜਾਮਤਾ ਇਹਨਾਂ ਨੂੰ ਇਹ ਛੋਟੀ ਜੀ ਉਮਰ ਦੇ ਵਿੱਚ ਕਿਵੇਂ ਪ੍ਰਾਪਤ ਹੋ ਗਈ ਹੈ। ਇਤਕ ਬੈਸ ਮੈਂ ਹੈ ਸੋਜੀ ਏਤੀ। ਗੁਰੂ ਜੀ ਦੀ ਉਮਰ ਤੁਸੀਂ 40 ਕੁ ਸਾਲ ਤੋਂ ਥੱਲੇ ਦੱਸਦੇ ਹੋ, ਪਰ ਮੈਂ ਤਾਂ ਬੜਾ ਹੈਰਾਨ ਹੋ ਗਿਆ ਵੀ ਇਤਨੀ ਸੋਝੀ ਇਤਨੀ ਗਮਤਾ ਇਤਨੀ ਸਰਬਗਤਾ ਪਤਾ ਨਹੀਂ ਗੁਰੂ ਜੀ ਨੇ ਕਿਵੇਂ ਪ੍ਰਾਪਤ ਕਰ ਲਈ ਹੈ। ਸਕਲ ਕਲਾ ਸਮਰਥ ਗੁਰ ਪੂਰਾ। ਉਸ ਸਮੇਂ ਸਾਧ ਨੇ ਜਾਣ ਲਿਆ ਵੀ ਇਹ ਤਾਂ ਸਾਰੀਆਂ ਕਲਾ ਕਰਕੇ ਬੜੇ ਸਰਬੱਗ ਹਨ। ਕਰਨ ਉਚਿਤ ਤਿਨ ਦਰਸ਼ਨ ਰੂਰਾ। ਹੁਣ ਉਸੇ ਟਾਈਮ ਤੇ ਇਹਦੇ ਮਨ ਦੇ ਵਿੱਚ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਬੜੀ ਖਿੱਚ ਪੈਦਾ ਹੋ ਗਈ ਹੈ। ਉੱਠਿਓ ਤੁਰਤ ਲੈ ਹਾਥ ਸਟੋਰੀ। ਆਪਣੇ ਹੱਥ ਦੇ ਵਿੱਚ ਪਕੜ ਕਰਕੇ ਸੋਟੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ ਸੀ। ਸਨੇ ਸਨੇ ਗਮਨਿਓ ਪ੍ਰਭ ਓਰੀ। ਸਰੀਰ ਆ ਬੜਾ ਬਿਰਧ ਹੈ, ਦੁਰਬਲ ਹੈ। ਹੌਲੀ ਹੌਲੀ ਫੜ ਕਰਕੇ ਸੋਟੀ ਨੂੰ ਹੱਥ ਦੇ ਵਿੱਚ ਦਸ਼ਮੇਸ਼ ਪਿਤਾ ਦੇ ਡੇਰੇ ਦੇ ਵਾਲੇ ਚੱਲ ਪਿਆ। ਆਗੇ ਗੁਰ ਕੋ ਲੱਗਿਓ ਦੀਵਾਨ। ਅੱਗੇ ਦੀਨ ਦੁਨੀਆ ਦੇ ਮਾਲਕ ਨੇ ਸ਼ਾਮ ਦੇ ਵਕਤ ਆਪਣਾ ਜਿਹੜਾ ਰੂਹਾਨੀ ਦੀਵਾਨ ਸਜਾਇਆ ਹੋਇਆ ਸੀ। ਕਰਤ ਸਿੰਘ ਰਹੋ ਰਾਸ ਬਖਾਨ। ਉਸ ਸਮੇਂ ਗੁਰ ਸਿੱਖ ਸਤਿਗੁਰੂ ਜੀ ਨੂੰ ਬੈਠ ਕਰਕੇ ਸ੍ਰੀ ਰਹਿਰਾਸ ਦਾ ਜਿਹੜਾ ਪਾਠ ਸੁਣਾ ਰਹੇ ਸਨ। ਨਿਕਟ ਪਹੁੰਚ ਕਰ ਠੰਡੋ ਰਹਿਓ। ਜਦੋਂ ਇਹਨਾਂ ਸਤਿਗੁਰੂ ਜੀ ਦੇ ਡੇਰੇ ਦੇ ਨੇੜੇ ਗਿਆ ਉਹ ਸਮੇਂ ਸਾਹਮਣੇ ਦੋਵੇਂ ਹੱਥ ਜੋੜ ਕਰਕੇ ਖੜਾ ਹੋ ਗਿਆ ਸੀ। ਸ਼੍ਰੀ ਪ੍ਰਭ ਤਿਸ ਬਿਲੋਕ ਕਰ ਕਹਿਓ। ਉਸ ਸਮੇਂ ਸਤਿਗੁਰੂ ਜੀ ਨੇ ਦੇ ਲਿਆ ਵੀ ਇਹ ਜਿਹੜਾ ਸਾਧੂ ਫਕੀਰ ਬੈਠਿਆ ਨਹੀਂ ਆ ਕਰਕੇ ਸਾਹਮਣੇ ਸਾਡੇ ਖੜਾ ਹੋ ਚੁੱਕਿਆ ਹੈ। ਸਾਧੂ ਬੈਠ ਜਾਹੋ ਕਿਉਂ ਖਰਿਓ। ਸਤਿਗੁਰੂ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਬਚਨ ਕੀਤਾ ਮਹਾਂਪੁਰਖੋ ਕਾਹਦੇ ਵਾਸਤੇ ਆ ਕਰਕੇ ਤੁਸੀਂ ਖੜ ਗਏ ਹੋ। ਆ ਦੀਵਾਨ ਦੇ ਵਿੱਚ ਆ ਕਰਕੇ ਬੈਠਣਾ ਕਰੋ। ਸੁਨਤ ਪ੍ਰਣਾਮ ਗੁਰੂ ਕੋ ਕਰਿਓ। ਸੁਣ ਕਰਕੇ ਬਚਨ ਇਹਨੇ ਵੀ ਦਸ਼ਮੇਸ਼ ਪਿਤਾ ਦੇ ਚਰਨਾਂ ਤੇ
ਮੱਥਾ ਟੇਕ ਦਿੱਤਾ ਸੀ। ਬੈਠ ਗਇਓ ਸਿੰਘਨ ਮਹਿ ਮਿਲ ਕਰ। ਹੁਣ ਇਤਨੀ ਵੱਡੀ ਉਮਰ ਵਾਲਾ ਸਾਧੂ ਮਹਾਤਮਾ ਫਕੀਰ ਜਦੋਂ ਸਿੰਘਾਂ ਦੇ ਵਿੱਚ ਹੀ ਮਿਲ ਕਰਕੇ ਬੈਠ ਗਿਆ ਸੀ। ਸੁਨਤ ਰਹਿਓ ਰਹਿ ਰਾਸ ਪ੍ਰੇਮ ਧਰ। ਬੈਠ ਕਰਕੇ ਨੇ ਵੀ ਬੜੇ ਪ੍ਰੇਮ ਦੇ ਨਾਲ ਅਲਾਈ ਬਾਣੀ ਦਾ ਪਾਠ ਕੰਨਾਂ ਦੇ ਨਾਲ ਸੁਣਿਆ ਸੀ। ਜਬ ਅਰਦਾਸ ਭੋਗ ਪਰ ਗਇਓ। ਹੁਣ ਜਦੋਂ ਗੁਰ ਸਿੱਖਾਂ ਨੇ ਰਹਿ ਰਾਦੀ ਸਮਾਪਤੀ ਤੋਂ ਬਾਅਦ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਸੀ। ਸਾਧ ਜੋਰ ਕਰ ਉਚਰਤ ਭਇਓ। ਉਸ ਸਮੇਂ ਸਾਧ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਬੇਨਤੀਆਂ ਕਰਨ ਲੱਗ ਪਿਆ। ਚਰਨ ਕਮਲ ਸੋ ਮੋਹਿ ਲਗਾਵੋ। ਐ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਮਿਲਣਾ ਕਰੋ। ਸਿੱਖ ਕਰੋ ਨਿਜ ਰੂਪ ਬੁਝਾਵੋ। ਮੈਂ ਆਪਣੇ ਵਾਸਤਵ ਸਰੂਪ ਦੀ ਲਖਣਾ ਪ੍ਰਾਪਤ ਕਰਨੀ ਚਾਹੁੰਦਾ ਹਾਂ। ਮੈਨੂੰ ਵੀ ਆਪਣੇ ਚਰਨਾਂ ਦਾ ਸੇਵਕ ਦਾਸ ਆ ਗੁਰ ਸਿੱਖਾਂ ਦੇ ਸਮਾਨ ਬਣਾਵਣਾ ਕਰੋ। ਤੁਮਰੇ ਦਰਸ਼ਨ ਪਰ ਬਲਿਹਾਰੀ। ਮਹਾਰਾਜ ਮਹਿਤਾ ਆਪ ਦਾ ਦੀਦਾਰ ਕਰਕੇ ਬਲਿਹਾਰ ਕੁਰਬਾਨ ਹੋ ਰਿਹਾ ਹਾਂ। ਸਕਲ ਕਲਾ ਸਮਰੱਥ ਗੁਣ ਭਾਰੀ। ਹੁਣ ਆਪ ਦੀ ਜਿਹੜੀ ਤਾਕਤ ਆਪ ਦੀ ਸ਼ਕਤੀ ਦਾ ਮੇਰੇ ਵਰਗੇ ਤਾਂ ਹੁਣ ਕਿਵੇਂ ਅੰਤ ਪਾ ਸਕਦੇ ਹਨ। ਬਿਕਸ ਬਦਨ ਤੇ ਸ਼੍ਰੀ ਪ੍ਰਭ ਕਹੈ। ਇਹ ਸੁਣ ਕਰਕੇ ਸਤਿਗੁਰੂ ਜੀ ਉਸ ਸਮੇਂ ਆਪਣੇ ਨੂਰਾਨੀ ਚਿਹਰੇ ਤੋਂ ਹੱਸ ਕਰਕੇ ਕਹਿਣ ਲੱਗੇ ਸੀ, ਤੂੰ ਤੋਂ ਆਗੇ ਹੀ ਸਿੱਖ ਕਹਿ ਹੈ। ਲੱਗਾ ਮਹਾਤਮਾ ਜੀ ਤੂੰ ਤਾਂ ਪਹਿਲਾਂ ਤੋਂ ਹੀ ਸਾਡੇ ਚਰਨਾਂ ਦਾ ਸੇਵਕ ਦਾਸ ਬਣਿਆ ਹੋਇਆ ਹੈ। ਕੇਵਲ ਕੇ ਸਾਧਨ ਬਹੁ ਸਾਧੇ। ਜਿਹੜੀ ਕੇਵਲ ਮੋਕਸ਼ ਉਹਦੀ ਪ੍ਰਾਪਤੀ ਕਰਨ ਦੇ ਲਈ ਹੁਣ ਤੱਕ ਤੇ ਬਹੁਤ ਵੱਡੇ ਕਠਨ ਤੋਂ ਕਠਨ ਸਾਧਨ ਵੀ ਕੀਤੇ ਹਨ। ਕਰੋ ਅਕਾਲ ਪੁਰਖ ਕੋ ਬੰਦਨ। ਦਸ਼ਮੇਸ਼ ਪਿਤਾ ਕਹਿ ਲਗੇ ਵੀ ਜੇ ਤੂੰ ਆਪਣੇ ਵਾਸਤਵ ਸਰੂਪ ਦੀ ਲਖਣਾ ਪ੍ਰਾਪਤ ਕਰਨੀ ਚਾਹੁੰਦਾ ਫਿਰ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਮੱਥਾ ਟੇਕ। ਇਹ ਵੀ ਤੇਰੇ ਮਨ ਦੀ ਕਾਮਨਾ ਪੂਰੀ ਹੋ ਜਾਣੀ ਹੈ। ਆਦਿਕ ਸਮਾਦ ਅਗਾਧ ਅਰਾਧੇ। ਹੁਣ ਤੱਕ ਤੈਂ ਪੁਰਾਣਾ ਜਮ ਦੁਆਰ ਬੜੀਆਂ ਬੜੀਆਂ ਸਮਾਧੀਆਂ ਵੀ ਲਗਾਈਆਂ ਹਨ। ਕਰੋ ਅਕਾਲ ਪੁਰਖ ਕੋ ਬੰਦਨ। ਸਤਿਗੁਰੂ ਜੀ ਕਹਿ ਲਗੇ ਵੀ ਉਸ ਭਗਵਾਨ ਦੇ ਅੱਗੇ ਜਦੋਂ ਤੂੰ ਆਪਣਾ ਸੀਸ ਝੁਕਾਵੇਂਗਾ ਬੰਧਨ ਹੋਵੇ ਬੰਧ ਨਿਕੰਦਨ। ਬਸ ਜਦੋਂ ਬੰਦਨਾ ਕਰਤੀ ਧਰਤੀ ਤੇ ਸੀਸ ਲਗਾ ਕੇ ਉਹ ਨਾਲ ਦੀ ਨਾਲ ਤੇਰੇ ਜਿਹੜੇ 5 ਪ੍ਰਕਾਰ ਦੇ ਭਰਮ ਉਹ ਸਾਰੇ ਬੰਧਨ ਹੀ ਕੱਟੇ ਜਾਣੇ ਹਨ। ਇਮ ਕਹਿ ਕਿਰਪਾ ਦ੍ਰਿਸ਼ਟ ਪ੍ਰਭ ਹੇਰੀ। ਇਉਂ ਸਤਿਗੁਰੂ ਜੀ ਨੇ ਬਚਨ ਕਰਦਿਆਂ ਇਹਦੇ ਉੱਪਰ ਇਹੋ ਜੀ ਮੇਰਾ ਭਰੀ ਦ੍ਰਿਸ਼ਟੀ ਕਰ ਦਿੱਤੀ ਹੈ। ਹਿਰਦੈ ਪ੍ਰਕਾਸ਼ ਭਇਓ ਤਿਸ ਬੇਰੀ। ਉਸੇ ਵਕਤ ਜਿਹੜੀ ਵਸਤੂ ਹੈ ਚਾਹੁੰਦਾ ਸੀ ਉਹ ਪ੍ਰਾਪਤ ਹੋ ਗਈ ਸੀ। ਬਾਰ ਬਾਰ ਬਾਰਜ ਪਦ ਬੰਦਤ। ਸਤਿਗੁਰੂ ਜੀ ਦੇ ਚਰਨਾਂ ਤੇ ਬਾਰ ਇਹ ਸਾਧੂ ਮਹਾਤਮਾ ਫਿਰ ਮੱਥੇ ਟੇਕਣ ਲੱਗ ਪਿਆ ਸੀ। ਲੱਖ ਗੁਰ ਮਹਿਮਾ ਹਿਰਦੇ ਆਨੰਦਤ। ਹੁਣ ਸਤਿਗੁਰੂ ਜੀ ਦੀ ਜਿਹੜੀ ਮਹਿਮਾ ਇਹਨੇ ਵੀ ਆਪਣੇ ਹਿਰਦੇ ਦੇ ਅੰਦਰ ਰਜਾ ਲਈ ਹੈ। ਬਹੁਰ ਸਾਧ ਕਹਿ ਸ਼ਰਦਾ ਸੇਤੀ। ਮੇਰੇ ਸਾਧੂ ਮਹਾਤਮਾ ਦਰਵੇਸ਼ ਬੜੀ ਸ਼ਰਧਾ ਭਾਵਨਾ ਦੇ ਸਹਿਤ ਆਪਣੇ ਵੱਲੋਂ ਬੇਨਤੀਆਂ ਕਰਨ ਲੱਗ ਪਿਆ ਸੀ। ਏਤਕ ਬੈਸ ਰੋ ਸੋਜੀ ਏਤੀ। ਸੱਚੇ ਪਾਤਸ਼ਾਹ ਆਪ ਦੀ ਉਮਰ ਭਾਵੇਂ 40 ਸਾਲ ਤੋਂ ਥੱਲੇ ਹੈ ਪਰ ਮੈਂ ਸੁਣ ਕਰਕੇ ਬੜਾ ਦੰਗ ਰਹਿ ਗਿਆ ਵੀ ਇਤਨੀ ਛੋਟੀ ਉਮਰ ਦੇ ਵਿੱਚ ਆਪ ਨੇ ਇਹ ਸਰਬੱਗਤਾ ਅੰਤਰਜਾਮਤਾ ਕਿਤਨੀ ਵੱਡੀ ਪ੍ਰਾਪਤ ਕੀਤੀ ਹੋਈ ਹੈ। ਸੁਨ ਕਰ ਸ਼੍ਰੀ ਸਤਿਗੁਰੂ ਬਖਾਨਾ। ਉਸ ਸਮੇਂ ਸੁਣ ਕਰਕੇ ਗੁਰੂ ਕਲਗੀਧਰ ਸੱਚਾ ਪਾਤਸ਼ਾਹ ਇਸ ਮਹਾਤਮਾ ਨੂੰ ਆਪਣੇ ਵੱਲੋਂ ਫਿਰ
ਕਹਿਣ ਲੱਗੇ ਸੀ, ਤੁਮਹੁ ਗੋਦੜਾ ਰਖਿਓ ਪੁਰਾਨਾ। ਐ ਫਕੀਰ ਸਾਈਂ, ਤੈਂ ਤਾਂ ਆਪਣਾ ਜਿਹੜਾ ਆਤਮਾ ਦੇ ਉੱਪਰ ਪੁਰਾਣਾ ਜਿਹਾ ਜਿਵੇਂ ਗੋਦੜਾ ਹੁੰਦਾ ਹੈ, ਵੀ ਜਿਹਨੂੰ ਕਈ ਸਾਧੂ ਫਕੀਰਾਂ ਲੀਰਾਂ ਇਕੱਠੀਆਂ ਕਰਕੇ ਉਹਨੂੰ ਸੂਈ ਦੇ ਨਾਲ ਲੈ ਕਰਕੇ ਟਾਕੀਆਂ ਲਗਾ ਲੈਣੀਆਂ, ਇਹੋ ਜਿਹੇ ਪੁਰਾਣੇ ਗੋਦੜੇ ਸਾਧੂ ਮਹਾਤਮਾ ਪਾਇਆ ਕਰਦੇ ਸੀ। ਔਰ ਇਹ ਕਹਿਣ ਲੱਗੇ ਵੀ ਤੈਂ ਤਾਂ ਆਪਣੇ ਉੱਪਰ ਥਾਂ ਤੋਂ ਜਿਹੜਾ ਟਾਕੀਆਂ ਦੇ ਨਾਲ ਸਿਉਂਤਾ ਹੋਇਆ ਪੁਰਾਣਾ ਗੋਦੜਾ ਹੀ ਧਾਰਨ ਕੀਤਾ ਹੋਇਆ ਨਾ। ਕੋਸ਼ਿਸ਼ ਨਹੀਂ ਜਿਨਹੁ ਕਰ ਪਾਵੇ। ਜਿਨ੍ਹਾਂ ਨੂੰ ਉਹ ਰੋਜ਼ਾਨਾ ਨਵੀਆਂ ਤੋਂ ਨਵੀਆਂ ਪੁਸ਼ਾਕਾਂ ਪਹਿਨਣ ਦੇ ਲਈ ਪ੍ਰਾਪਤ ਹੋਣ, ਉਹਨਾਂ ਨੇ ਫਿਰ ਇਹੋ ਜਿਹੇ ਪੁਰਾਣੇ ਗੋਦੜੇ ਪਾ ਕਰਕੇ ਕੀ ਲੈਣਾ ਹੈ। ਲੈ ਸੋ ਪਹਿਰਹਿ ਅੰਗ ਸੁਹਾਵੇ। ਉਹ ਤਾਂ ਫਿਰ ਨਵੀਆਂ ਤੋਂ ਨਵੀਆਂ ਇਹੋ ਜਿਹੀਆਂ ਪੁਸ਼ਾਕਾਂ ਰੋਜ਼ ਹੀ ਬਦਲਦੇ ਰਹਿੰਦੇ ਹਨ। ਬੰਧਨ ਕਰਤ ਸਾਧ ਥਿਰ ਭਇਓ। ਜਦੋਂ ਇਸ ਸਾਧੂ ਫਕੀਰ ਨੇ ਪਰਮਾਤਮਾ ਦੇ ਅੱਗੇ ਸੀਸ ਝੁਕਾਇਆ, ਨਾਲ ਦੀ ਨਾਲ ਫਿਰ ਦਸ਼ਮੇਸ਼ ਪਿਤਾ ਨੇ ਇਹੋ ਜੀ ਰਹਿਮਤ ਕਿਰਪਾ ਕਰ ਦਿੱਤੀ ਹੈ। ਤਬ ਸਿੰਘਨ ਗਨ ਬੂਝਨ ਕਯੋ। ਉਹ ਸਮੇਂ ਜਿਹੜੇ 14 ਸੂਰਮੇ ਗੁਰਮੁਖ ਮਹਾਰਾਜ ਦੇ ਪਾਸ ਬੈਠੇ, ਉਹ ਵੀ ਫਿਰ ਇਸ ਸਾਧੂ ਨੂੰ ਬਹੁਤ ਵੱਡੀ ਉਮਰ ਵਾਲਾ ਜਾਣ ਕੇ ਆਪਣੇ ਵੱਲੋਂ ਪੁੱਛਣ ਲੱਗੇ ਸੀ, ਤੁਮਰੀ ਬੈ ਮਹਿ ਸਮੇਂ ਕਨੇਰੇ। ਕਹਿ ਲੱਗੇ ਮਹਾਤਮਾ ਜੀ, ਤੁਸੀਂ ਤਾਂ ਇਤਨੀ ਉਮਰ ਦੇ ਵਿੱਚ ਪਤਾ ਨਹੀਂ ਰੰਗ ਬਰੰਗੇ ਬੜੇ ਹੀ ਸਮੇਂ ਸਾਹਮਣੇ ਦੇਖੇ ਹੋਣੇ ਨੇ। ਕਹੋ ਪ੍ਰਸੰਗ ਜਥਾ ਕੇ ਹੇਰੇ। ਜਿਵੇਂ ਜਿਵੇਂ ਆ ਧਰਤੀ ਦੇ ਉੱਪਰ ਇਹ ਜਿਹੜੀ ਪ੍ਰਕਿਰਤੀ ਸਦਾ ਬਾਤ ਬਦਲਦੀ ਆਈ ਹੈ, ਸਾਨੂੰ ਵੀ ਜੋ ਤੁਸੀਂ ਪਰਮਾਤਮਾ ਦੇ ਕੌਤਕ ਦੇਖੇ ਉਹ ਅਸੀਂ ਤੁਹਾਡੇ ਕੋਲੋਂ ਸੁਣਨੇ ਚਾਹੁੰਦੇ ਹਾਂ। ਇੱਕ ਬਿਰਤੰਤ ਤਬ ਸਾਧ ਸੁਨਾਇਓ। ਉਸ ਸਮੇਂ ਇਸ ਸਾਧੂ ਫਕੀਰ ਨੇ ਇੱਕ ਜਿਹੜੀ ਵਾਰਤਾ ਜੋ ਵੀ ਇਹਨੇ ਆਪਣੀ ਅੱਖਾਂ ਦੇ ਨਾਲ ਦੇਖੀ, ਖਾਲਸੇ ਨੂੰ ਦੱਸਣ ਲੱਗ ਪਿਆ ਸੀ। ਸੁਨੋ ਸਮਾ ਜੈਸੇ ਦਰਸਾਇਓ। ਕਹਿ ਲੱਗਿਆ, ਸਿੰਘੋ ਵੀ ਇੱਕ ਦਫਾ ਇਹੋ ਜਿਹਾ ਬਹੁਤ ਵੱਡਾ ਭਿਆਨਕ ਦੁਖਦਾਈ ਸਮਾਂ ਉਹ ਵੀ ਮੈਂ ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਦੇਖਿਆ। ਬਾਸੁਰ ਇੱਕ ਸਮਾਧ ਉਗਾਰੀ। ਇੱਕ ਦਿਨ ਜਦੋਂ ਮੈਂ ਸਮਾਧੀ ਤੋਂ ਉਥਾਨ ਹੋਇਆ ਸੀ, ਨਹੀਂ ਬਿਲੋਕਤ ਭਾ ਨਰ ਨਾਰੀ। ਜਦੋਂ ਉੱਠ ਕਰਕੇ ਮੈਂ ਆਪਣੇ ਆਸ਼ਰਮ ਚੋਂ ਬਾਹਰ ਗਿਆ, ਆਲੇ ਦੁਆਲੇ ਨਿਗਾਹ ਮਾਰੀ ਵੀ ਇੱਥੇ ਤਾਂ ਕੋਈ ਵੀ ਇਸਤਰੀ ਪੁਰਸ਼ ਸਾਹਮਣੇ ਨਜ਼ਰ ਨਹੀਂ ਆਉਂਦਾ, ਤੇ ਅੱਗੇ ਇਸ ਇਲਾਕੇ ਦੇ ਲੋਕ ਬੜੇ ਇੱਥੇ ਮੇਰੇ ਆਸ਼ਰਮ ਦੇ ਨੇੜੇ ਤੇੜੇ ਤਕਰੀਬਨ ਘੁੰਮਦੇ ਹੀ ਰਹਿੰਦੇ ਹਨ। ਹੁਣ ਪਤਾ ਨਹੀਂ ਕੀ ਹੋ ਗਿਆ, ਆ ਦੂਰ ਤੱਕ ਕਿਵੇਂ ਰੋਈਆਂ ਬਿਆਬਾਨ ਹੋ ਚੁੱਕੇ ਹਨ। ਇੱਕ ਦੋਏ ਮਜਲ ਗਇਓ ਮੈਂ ਜਬ ਹੂੰ। ਜਦੋਂ ਮੈਂ ਆਪਣੇ ਆਸ਼ਰਮ ਤੋਂ ਚੱਲ ਕਰਕੇ ਨਾ ਇੱਕ ਦੋ ਮੰਜ਼ਲਾ ਬੜੀ ਦੂਰ ਲੰਘਿਆ ਸੀ, ਕੋ ਇੱਕ ਮਨੁਜ ਨਿਹਾਰਿਓ ਤਬ ਹੂੰ। ਉੱਥੇ ਜਾ ਕਰਕੇ ਇੱਕ ਦੋ ਮਨੁੱਖ ਮੈਨੂੰ ਜ਼ਰੂਰ ਸਾਹਮਣੇ ਦਿਸੇ ਸਨ। 300 ਬੂਝਨ ਕੀਨ ਬਿਰਤੰਤ। ਜਦੋਂ ਮੈਂ ਜਾ ਕਰਕੇ ਉਹਨਾਂ ਦੇ ਪਾਸੋਂ ਸਾਰੀ ਵਾਰਤਾ ਪੁੱਛਣੀ ਕੀਤੀ ਸੀ, ਕਹਾਂ ਭਇਓ ਨਰ ਨਹੀਂ ਦਿਖੰਤ। ਵਿਆ ਕੀ ਹੋ ਜਿਆ ਪਰਮਾਤਮਾ ਦਾ ਭਾਣਾ ਵਰਤ ਗਿਆ ਧਰਤੀ ਤੇ, ਆਲੇ ਦੁਆਲੇ ਕੋਈ ਵੀ ਇੱਥੇ ਦੇਖਣ ਨੂੰ ਮਨੁੱਖ ਸਾਹਮਣੇ ਨਜ਼ਰ ਨਹੀਂ ਆਉਂਦਾ ਹੈ। ਭਾ ਦੁਰ ਪਿਛ ਗਏ ਮਰ ਕਨੇ। ਉਹ ਕਹਿ ਲੱਗੇ ਵੀ ਆਪਣੇ ਇਲਾਕੇ 'ਚ ਕਈ ਸਾਲ ਜਦੋਂ ਬੜਾ ਕਾਲ ਪੈ ਗਿਆ, ਕਾਲ ਪੈਣ ਕਰਕੇ ਫਸਲਾਂ ਜ਼ਿਮੀਂਦਾਰਾਂ ਦੀਆਂ ਖੇਤਾਂ 'ਚ ਸੁੱਕ ਗਈਆਂ। ਜਦੋਂ ਫਸਲਾਂ ਸੁੱਕ ਗਈਆਂ ਫਿਰ ਘਰ ਦੇ ਵਿੱਚ ਖਾਣ ਪੀਣ ਦੇ ਲਈ ਅੰਨ ਕਿੱਥੋਂ ਆਉਣਾ ਸੀ। ਵੀ ਕਾਲ ਪੈਣ ਕਰਕੇ ਬੜੇ ਜਿਹੜੇ ਲੋਕ
ਉਸ ਟਾਈਮ ਤੇ ਭੁੱਖ ਦੇ ਦੁੱਖ ਦੇ ਨਾਲ ਹੀ ਮਰ ਚੁੱਕੇ ਹਨ। ਕੋ ਰਹੇ ਕਿਸੂ ਥਲ ਬਨੇ। ਬੜਾ ਲੰਮਾ ਸਮਾਂ ਕਾਲ ਪੈਣ ਕਰਕੇ ਆ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਲੋਕਾਂ ਦੇ ਵੱਲੋਂ ਖਾਲੀ ਹੋ ਚੁੱਕੇ ਹਨ। ਦਵਾਦਸ਼ ਸੰਮਤ ਪਰਿਓ ਵਿਸਾਲ। ਉਹਨਾਂ ਨੇ ਸਾਰੀ ਵਾਰਤਾ ਦੱਸੀ ਵੀ 12 ਸਾਲ ਧਰਤੀ ਦੇ ਉੱਪਰ ਇੱਕ ਕਣੀ ਵੀ ਜਦੋਂ ਨਹੀਂ ਡਿੱਗੀ। ਇਹੋ ਜਿਹਾ ਬੜਾ ਭਿਆਨਕ ਦੁਖਦਾਈ ਕਾਲ ਜਦੋਂ ਨਿਰੰਤਰ 12 ਸਾਲ ਹੀ ਪਿਆ ਰਿਹਾ ਸੀ ਭੁੱਖ ਦੇ ਕਾਰਨ। ਪਤਾ ਨਹੀਂ ਕਿਤਨੀ ਹੈ ਦੁਨੀਆ ਉਸ ਟਾਈਮ ਤੇ ਮਰ ਚੁੱਕੀ ਹੈ। ਅਬ ਬਰਖਾ ਤੇ ਭਇਓ ਸੋ ਕਾਲ। ਆ ਹੁਣ ਥੋੜਾ ਥੋੜਾ ਮੀਂਹ ਪਿਆ ਤਾਂ ਫਿਰ ਕਿਤੇ ਖੇਤਾਂ ਦੇ ਵਿੱਚ ਫਸਲਾਂ ਹੋਈਆਂ ਹਨ। ਸਨੇ ਸਨੇ ਨਰ ਪੁੰਨ ਜਗ ਭਏ। ਹੌਲੀ ਹੌਲੀ ਹੁਣ ਫਿਰ ਸੰਸਾਰ ਦੇ ਲੋਕਾਂ ਦੀ ਜਿਹੜੀ ਗਿਣਤੀ ਵਧਣ ਲੱਗ ਪਈ ਹੈ। ਐਸੇ ਸਮੇਂ ਬੀਤ ਬਹੁ ਗਏ। ਕਹਿ ਲੱਗਿਆ ਵੀ ਉਹ ਜੇ ਬੜੇ ਭਿਆਨਕ ਦੁਖਦਾਈ ਸਮੇਂ ਮੇਰੇ ਦੇਦਿਆਂ ਸਾਹਮਣੇ ਬਤੀਤ ਹੋ ਚੁੱਕੇ ਹਨ। ਕਈ ਬਾਰ ਲਰ ਲਰ ਬਹੁ ਮਰੇ। ਕਹਿ ਲੱਗਾ ਵੀ ਕਈ ਦਫਾ ਦਾ ਫਿਰ ਪਬਲਿਕ ਦੇ ਲੋਕ ਇੱਕ ਦੂਜੇ ਦੇ ਨਾਲ ਲੜਦਿਆਂ ਹੀ ਖਤਮ ਹੋ ਗਏ ਸੀ। ਕਈ ਬਾਰ ਉਜਰੇ ਬਸ ਪਰੇ। ਇਤਨੇ ਦਫਾ ਪਿੰਡ ਪਹਿਲਾਂ ਉਜੜ ਗਏ, ਫਿਰ ਦੁਬਾਰਾ ਕਾਫੀ ਸਮੇਂ ਤੋਂ ਬਾਅਦ ਲੋਕ ਇਹਨਾਂ ਦੇ ਵਿੱਚ ਆ ਕਰਕੇ ਵਸੇ ਹਨ। ਕਬ ਕੈਸੇ ਸਮੇਂ। ਕਦੇ ਕਿਹੋ ਜਿਹੇ ਟਾਈਮ, ਕਦੇ ਦੁੱਖਾਂ ਦੇ ਨਾਲ ਭਰੇ ਹੋਏ, ਕਦੇ ਫਿਰ ਸੁੱਖਾਂ ਦੇ ਦਿਨ ਵੀ ਮੈਂ ਸਾਹਮਣੇ ਦੇਖੇ ਹਨ। ਜਗ ਮੈਂ ਕਰੇ ਬਿਲੋਕਨ ਹਮੇ। ਹੁਣ ਤੱਕ ਬੜੇ ਰੰਗ ਬਰੰਗੇ ਜਿਹੜੇ ਟਾਈਮ ਮੈਂ ਆਪਣੀ ਅੱਖਾਂ ਦੇ ਨਾਲ ਸਾਹਮਣੇ ਦੇਖੇ ਹਨ। ਸੁਨ ਗੁਰ ਖੁਸ਼ੀ ਸਾਧ ਪਰ ਕਰੀ। ਸੁਣ ਕਰਕੇ ਦਸ਼ਮੇਸ਼ ਪਿਤਾ ਨੇ ਬੜੀ ਖੁਸ਼ੀ ਇਸ ਸਾਧੂ ਮਹਾਤਮਾ ਦੇ ਉੱਪਰ ਕਰ ਦਿੱਤੀ ਹੈ। ਗਰਬਾਦਿਕ ਦੁਬਿਧਾ ਉਰ ਹਰੀ। ਹੁਣ ਜਿਹੜਾ ਇਹਦੇ ਮਨ ਦੇ ਵਿੱਚ ਮਾੜਾ ਮੋਟਾ ਮਾਨ ਹੰਕਾਰ ਜੋ ਵੀ ਦੁਬਿਧਾ ਭਰੀ ਹੋਈ ਸੀ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਉਹ ਜਿਹੜੀ ਦੁਬਿਧਾ ਵੀ ਦਵੈਸ਼ ਵੀ ਔਰ ਮਾਨ ਹੰਕਾਰ ਦਸ਼ਮੇਸ਼ ਪਿਤਾ ਨੇ ਸਾਰਾ ਹੀ ਇਹਦੇ ਹਿਰਦੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਮਸਤਕ ਟੇਕ ਆਸ਼ਰਮ ਮਹਿ ਗਇਓ। ਮਹਾਰਾਜ ਨੂੰ ਟੇਕ ਕਰਕੇ ਮੱਥਾ ਜਦੋਂ ਇਹ ਸਾਧੂ ਫਕੀਰ ਆਪਣੇ ਵਾਪਸ ਆਸ਼ਰਮ ਦੇ ਵਿੱਚ ਚਲਿਆ ਗਿਆ ਸੀ, ਖਾਨ ਪਾਨ ਸਤਿਗੁਰ ਤਬ ਕਯੋ। ਉਸ ਸਮੇਂ ਮਹਾਰਾਜ ਨੇ ਵੀ ਸ਼ਾਮ ਦੇ ਵਕਤ ਰੁਚੀ ਦੇ ਮੁਤਾਬਕ ਲੰਗਰ ਪਾਣੀ ਛਕਿਆ ਸੀ। ਸੁਪਤ ਜਥਾ ਸੁਖ ਨਿਸਾ ਬਿਤਾਈ। ਗੁਰ ਸਿੱਖਾਂ ਦੇ ਸਮੇਤ ਦੀਨ ਦੁਨੀਆ ਦੇ ਮਾਲਕ ਨੇ ਬੜੇ ਸੁੱਖਾਂ ਦੇ ਸਮੇਤ ਇੱਥੇ ਰਹਿ ਕਰਕੇ ਆਪਣੀ ਰਾਤ ਬਤੀਤ ਕਰ ਲਈ ਹੈ। ਸੋਚ ਇਸ਼ਨਾਨ ਪ੍ਰਾਤ ਹੋਇਆਈ। ਜ਼ਿਆਦਾ ਹੋ ਗਿਆ ਅੰਮ੍ਰਿਤ ਵੇਲੇ ਦਾ ਟਾਈਮ ਜੋ ਸਤਿਗੁਰੂ ਜੀ ਦਾ ਪੱਕਾ ਹੀ ਨਿਯਮ ਹੈ। ਬ੍ਰਹਮੁਰ ਦੇ ਟਾਈਮ ਤੇ ਆਪਣੇ ਆਪ ਹੀ ਰੋਜ਼ਾਨਾ ਸਾਵਧਾਨ ਹੋ ਜਾਂਦੇ ਸੀ। ਦੋਹਰਾ ਡਰ ਹਯਨ ਪਰ ਜੀਨ ਤਬ ਭਏ ਸਤਿਗੁਰੂ ਤਿਆਰ। ਜਦੋਂ ਥੋੜਾ ਜਿਹਾ ਪਾ ਫਟਾਲਾ ਹੋਇਆ ਉਸ ਵਕਤ ਸਤਿਗੁਰੂ ਜੀ ਨੇ ਅੱਗੇ ਨੂੰ ਡੇਰਾ ਕੂਚ ਕਰਨ ਦੇ ਲਈ ਜ਼ਿਆਦਾ ਸੂਰਮਿਆਂ ਨੂੰ ਹੁਕਮ ਕਰਤਾ ਵੀ ਤੁਸੀਂ ਆਪੋ ਆਪਣੇ ਘੋੜਿਆਂ 'ਤੇ ਕਾਠੀਆਂ ਪਾ ਲੈਣੀਆਂ ਹਨ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਅੱਗੇ ਜਾ ਕਰਕੇ ਆਪਣੇ ਡੇਰੇ ਲਗਾਉਣੇ ਹਨ, ਉਸ ਪਰ ਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਦੋਹਰਾ ਡਰ ਹਯਨ ਪਰ ਜੀਨ ਤਬ ਭਏ ਸਤਿਗੁਰੂ ਤਿਆਰ।
ਚੜੇ ਸਿੰਘ ਬੈਰਾੜ ਗਨ ਚੱਲੇ ਉਜਾਰ ਉਜਾਰ ਡਾਰ ਹਯਨ ਪਰ ਜੀਨ ਤਬ ਭਏ ਸਤਿਗੁਰੂ ਤਿਆਰ ਚੜੇ ਸਿੰਘ ਬੈਰਾੜ ਗਨ ਚੱਲੇ ਉਜਾਰ ਉਜਾਰ ਏ ਚੌਥੇ ਪਾਰ ਬ੍ਰਹਮਾ ਅਬਨਾਸੀ ਅਗਨਾਸ